चलो भाई चलो चलिए। अज रजनी ठक्करवाल कलाकार ने सतगुरु रविदास महाराज जी दे मिशन दी जागो लेके आउणा है। अच्छा जी। और देखो देखो आउंदी है जागो, चलो चलिए। ਵੀਰੋ ਭੈਣੋ ਤੁਸੀਂ ਬਣਾ ਲਓ, ਗੁਰਾਂ ਦੀ ਯਾਦ ਚ ਵਟ
ਜੈ ਗੁਰਦੇਵ। ਜੈ ਗੁਰਦੇਵ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੈ ਹਰਬੰਸ ਬਾਲੀ ਔਰ ਰਮੇਸ਼ ਕਲੇਰ। ਸ਼ੁਰੂ ਕਰਦੇ ਅੱਜ ਕਿ ਜੋ ਗਾਣਾ ਤੁਹਾਡੇ ਮੋੜੇ ਸਾਹਮਣੇ ਪੇਸ਼ ਕੀਤਾ ਸੀ ਜਾਗੋ ਆਈਆ, ਇਹਦੇ ਬਾਰੇ ਥੋੜ੍ਹਾ ਜਿਹਾ ਹਰਬੰਸ ਬਾਲੀ ਜੀ ਥੋੜ੍ਹਾ ਜਿਹਾ ਸਮਝਾਓਗੇ ਕਿ ਇਹਦਾ ਮਤਲਬ ਕੀ ਸੀਗਾ ਔਰ ਕਿਉਂ ਇਹ ਦਿਖਾਇਆ ਗਿਆ। ਹਰਬੰਸ ਬਾਲੀ। ਹਾਂਜੀ, ਦੁਨੀਆ ਦੇ ਸਾਰੇ ਰਵਿਦਾਸੀਆਂ ਨੂੰ ਔਰ ਦੂਸਰੇ ਧਰਮ ਦੇ ਲੋਕਾਂ ਨੂੰ ਵੀ ਜੈ ਗੁਰਦੇਵ, ਕਿਉਂਕਿ ਸਾਰੇ ਲੋਕ ਕਿਸੇ ਨਾ ਕਿਸੇ ਆਪਣੇ ਗੁਰੂਦੇਵ ਨੂੰ ਮੰਨਦੇ ਆ, ਇਸ ਕਰਕੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ। ਰਵਿਦਾਸੀਆ ਧਰਮ ਵੱਲੋਂ ਸਾਰਿਆਂ ਨੂੰ ਜੈ ਗੁਰਦੇਵ, ਧੰਨ ਗੁਰਦੇਵ। ਔਰ ਜੋ ਵੀ ਰਵਿਦਾਸੀਆ ਰਿਮੋਟ ਕਾਰਨਰ ਆਫ ਦਾ ਵਰਲਡ, ਕਿਸੇ ਵੀ ਪਿੰਡ ਵਿੱਚ, ਸ਼ਹਿਰ ਵਿੱਚ, ਬਸਤੀ ਵਿੱਚ, ਜਿਸ ਨੂੰ ਇਹ ਪਤਾ ਵੀ ਨਹੀਂ ਹੈ ਕਿ ਚੈਨਲ 'ਤੇ ਪ੍ਰੋਗਰਾਮ ਚੱਲ ਰਿਹਾ ਹੈ ਅਤੇ ਉਹ ਰਵਿਦਾਸੀਆ ਹੈ, ਇਸ ਕਰਕੇ ਅਸੀਂ ਤਾਂ ਕਮ ਸੇ ਕਮ ਉਹਦੇ ਵਾਸਤੇ ਇਹ ਸੇਵਾ ਪੇਸ਼ ਕਰ ਰਹੇ ਹਾਂ। ਤੋ ਉਹਨਾਂ ਵਾਸਤੇ ਵੀ ਜੈ ਗੁਰਦੇਵ, ਧੰਨ ਗੁਰਦੇਵ। ਤੋ ਬੰਗੜ ਜੀ, ਤੁਸੀਂ ਸਵਾਲ ਪੁੱਛਿਆ ਕਿ ਅੱਜ ਜੋ ਗੀਤ ਲੱਗਾ ਹੈ ਜਾਗੋ ਦਾ, ਇਹ ਬਿਲਕੁਲ ਦਰੁਸਤ ਗੱਲ ਆ। ਹੁਣ ਤੱਕ ਜਾਂ ਅੱਜ ਤੱਕ ਅਸੀਂ ਜੋ ਜਾਗੋ ਪੰਜਾਬ ਦੇ ਵਿੱਚ ਕਲਚਰਲ ਪ੍ਰੋਗਰਾਮਾਂ ਵਿੱਚ, ਵਿਆਹਾਂ ਸ਼ਾਦੀਆਂ ਵਿੱਚ ਸੁਣਦੇ ਆਏ ਹਾਂ, ਅਤੇ ਠੀਕ ਹੈ, ਉਹ ਆਪਣੇ ਆਪਣੇ ਢੰਗ ਨਾਲ ਹਰ ਕਮਿਊਨਿਟੀ ਦੇ ਲੋਕਾਂ ਨੇ ਬਣਾਈ ਹੋਈ ਆ। ਜਿਵੇਂ ਜੱਟਾ ਜਾਗ ਵੇ ਹੁਣ ਜਾਗੋ ਆਈ ਆ, ਲੰਬੜਾ ਜੋਰੋ ਜਗਾਲਾ ਵੇ ਹੁਣ ਜਾਗੋ ਆਈ ਆ। ਉਹਨਾਂ ਸਾਰਿਆਂ ਨੇ ਕਲਚਰਲ ਤੌਰ ਦੇ ਉੱਤੇ ਇਸ ਗੀਤ ਨੂੰ, ਇਹ ਇੱਕ ਲੋਕ ਗੀਤ ਨੂੰ ਆਪਣੇ ਆਪਣੇ ਢੰਗ ਦੇ ਨਾਲ ਇਹ ਗਾਇਆ ਹੈ। ਲੇਕਿਨ ਸਵਾਦ ਵਾਕਈ ਉਸ ਵੇਲੇ ਆਉਂਦਾ ਆ ਜਦੋਂ ਲੋਕ ਗੀਤਾਂ ਦੀ ਤੁਕ ਦੇ ਉੱਤੇ ਆਪਣੇ ਧਰਮ, ਆਪਣੇ ਗੁਰੂ, ਆਪਣੇ ਗ੍ਰੰਥ, ਆਪਣਾ ਕਲਚਰ ਜੋ ਹੈ ਉਹਦੇ ਵਿੱਚ ਵੀ ਉਹਨੂੰ ਫਿੱਟ ਕੀਤਾ ਜਾਵੇ। ਤਾਂ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਨ੍ਹਾਂ ਕਲਾਕਾਰਾਂ ਨੇ ਇਹ ਗੀਤ ਗਾਇਆ ਹੈ, ਅਤੇ ਵੀਰੋ ਜਾਗੋ ਵੇ ਜਾਗੋ ਆਈ ਹੈ, ਭੈਣੋ ਜਾਗੋ ਵੇ ਜਾਗੋ ਆਈ ਹੈ। ਮੈਂ ਜਿਵੇਂ ਤੁਸੀਂ ਪੁੱਛਿਆ ਹੈ, ਇਹ 'ਤੇ ਥੋੜ੍ਹੇ ਸਮੇਂ ਦੇ ਵਿੱਚ ਆਪ ਨੂੰ ਇਹਦਾ ਕੋਈ ਐਕਸਪਲੇਨੇਸ਼ਨ ਦੇਣ ਦੀ ਕੋਸ਼ਿਸ਼ ਕਰਦਾ ਹਾਂ। ਜਾਗੋ ਤੋਂ ਭਾਵ ਹੈ ਅਵੇਅਰਨੈਸ। ਅਵੇਅਰਨੈਸ ਮੀਨਸ ਅਵੇਕਨਿੰਗ। ਅਵੇਕਨਿੰਗ ਕੀ ਹੋਈ? ਜਿਸ ਵਕਤ ਅਸੀਂ ਗੀਤ ਸੁਣ ਰਹੇ ਸੀਗੇ ਜਾਂ ਤੁਸੀਂ ਦਰਸ਼ਕਾਂ ਨੇ ਗੀਤ ਸੁਣਿਆ, ਤੁਸੀਂ ਜਾਗਦੇ ਸੀ, ਤੁਸੀਂ ਸੁੱਤੇ ਤੇ ਨਹੀਂ ਸੀਗੇ, ਅਤੇ ਇਸ ਕਰਕੇ ਫਿਰ ਤੁਸੀਂ ਪੁੱਛੋਗੇ ਫਿਰ ਤੁਸੀਂ ਕਿਉਂ ਕਹੀ ਜਾਂਦੇ ਆ ਵੀਰੋ ਜਾਗੋ ਵੇ ਜਾਗੋ ਆਈ ਆ। ਹਾਂ, ਜਾਗੋ ਤੋਂ ਭਾਵ ਇਹ ਆ ਕਿ ਅਸੀਂ ਕਿਸੇ ਗੱਲ 'ਚ, ਜਿਹੜੀ ਬਹੁਤ ਵੱਡੀ ਗੱਲ ਹੈ, ਉਹ ਆ ਕਿ ਆਪਣਾ ਧਰਮ, ਆਪਣਾ ਗੁਰੂ, ਆਪਣੀ ਬਾਣੀ, ਇਹਦੇ ਵਿੱਚ ਅਸੀਂ ਅਵੇਅਰ ਨਹੀਂ ਸੀ, ਇਹਦੇ ਬਾਰੇ ਅਸੀਂ ਜਾਣਕਾਰ ਨਹੀਂ ਸੀ। ਭਾਵੇਂ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ 634 ਸਾਲ ਪਹਿਲਾਂ ਇਹ ਹੋਕਾ ਦਿੱਤਾ ਸੀ ਆਪਣੇ ਸ਼ਬਦਾਂ ਦੇ ਵਿੱਚ, ਆਪਣੀ ਬਾਣੀ ਦੇ ਵਿੱਚ। ਜਿਹੜਾ ਹੋਕਾ ਅਸੀਂ ਪੜ੍ਹਿਆ ਤੇ ਜ਼ਰੂਰ, ਸੁਣਿਆ ਜ਼ਰੂਰ, ਲੇਕਿਨ ਉਹ 'ਤੇ ਐਕਸ਼ਨ ਨਹੀਂ ਕੀਤਾ, ਜਿਹਦੇ ਕਰਕੇ ਅਸੀਂ ਇੱਕ ਔਰਗੇਨਾਈਜ਼ਡ ਰਿਲੀਜਨ ਦੀ ਫਾਰਮ ਦੇ ਵਿੱਚ ਸਾਹਮਣੇ ਨਹੀਂ ਆਏ। ਲੇਕਿਨ ਸਮਾਂ ਤਾਂ ਹਰ ਚੀਜ਼ ਨੂੰ ਲੱਗਦਾ ਹੀ ਆ। ਸਾਡੀਆਂ ਆਪਣੀ ਸਰਕਮਸਟਾਂਸਿਸ ਸੀਗੀਆਂ, ਅਸੀਂ ਦਬਾਏ ਗਏ ਸੀਗੇ, ਸਾਨੂੰ ਅਲਾਉਡ ਹੀ ਨਹੀਂ ਸੀਗਾ। ਉਹ ਇਹ ਸੀਗਾ ਕਿ ਸਾਡੇ ਵੱਲ ਆ ਕੇ ਭਾਵੇਂ ਰਲ ਜਾਓ, ਲੇਕਿਨ ਆਪਣੇ ਥਾਂ 'ਤੇ ਔਰਗੇਨਾਈਜ਼ ਨਹੀਂ ਹੋ ਸਕਦੇ ਤੁਸੀਂ। ਲੇਕਿਨ ਗੁਰੂ ਮਹਾਰਾਜ ਨੇ ਕਿਹਾ ਕਿ ਆਪਨ ਬਾਪੇ ਨਾ ਹੀ ਕਿਸੇ ਕੋ ਭਾਵਨ ਕੋ ਹਰ ਰਾਜਾ। ਸੋ ਇਸ ਕਰਕੇ ਇਹ ਅਵੇਅਰਨੈਸ ਇਸ ਗੀਤ ਰਾਹੀਂ ਜਿਹੜੀ ਆਈ ਹੈ, ਉਹ ਇਹ ਆਈ ਆ ਕਿ ਜਾਗੋ ਆਈ ਆ, ਧਰਮ ਦੀ ਜਾਗੋ ਆਈ ਆ। ਧਾਰਮਿਕ ਤੌਰ 'ਤੇ ਸਾਨੂੰ ਔਰਗੇਨਾਈਜ਼ ਹੋਣ ਵਾਸਤੇ, ਸਾਨੂੰ ਵੀਰਾਂ ਭੈਣਾਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ, ਸਾਰਿਆਂ ਨੂੰ ਇਹ ਇੱਕ ਗੀਤ ਰਾਹੀਂ ਮੈਸੇਜ ਆਇਆ ਹੈ ਕਿ ਜੋ ਸਾਡੇ ਬਜ਼ੁਰਗਾਂ ਨੇ, ਪੂਰਵਜ ਨੇ, ਐਨਸੈਸਟਰਸ ਨੇ, ਇਸ ਰਾਹ ਦੇ ਉੱਤੇ ਚਿਰਕਾਲਾਂ ਤੋਂ ਹੀ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਸ਼ਹੀਦੀਆਂ ਦਿੱਤੀਆਂ, ਕੰਮ ਕੀਤਾ, ਵਿਰੋਧਤਾ ਦਾ ਸਹਿਨ ਕੀਤਾ। ਇਹ ਉਹ ਜਾਗੋ ਹੀ ਸੀਗੀ ਆਪਣੇ ਸਮੇਂ ਦੇ ਵਿੱਚ, ਉਹਨਾਂ ਦੀ ਆਪਣੀ ਲੈਂਗੁਏਜ ਵਿੱਚ, ਆਪਣੇ ਸ਼ਬਦਾਂ ਵਿੱਚ, ਜਿਹੜੇ ਕਿ ਕਲਾਕਾਰ ਨੇ ਆਪਣੀ ਉਹ ਜਿਹੜੀ ਸੈਂਟੀਮੈਂਟਸ ਹਨ, ਉਹ ਜੋ ਸ਼ਰਧਾ ਹੈ, ਉਹ ਇਸ ਗੀਤ ਰਾਹੀਂ ਉਭਾਰੀ ਹੈ ਕਿ ਵੀਰੋ ਜਾਗੋ ਵੇ ਹੁਣ ਜਾਗੋ ਆਈ ਹੈ, ਧਾਰਮਿਕ ਜਾਗੋ ਆਈ ਆ। ਧਰਮ ਦਾ ਸੰਦੇਸ਼ ਆਇਆ ਹੈ ਕਿ ਸਾਨੂੰ ਰਵਿਦਾਸੀਏ ਬਣਨਾ ਚਾਹੀਦਾ ਹੈ। ਇਹਦੇ ਵਾਸਤੇ ਹੁਣ ਤੱਕ ਅਸੀਂ ਅਣਗਿਣਤ ਘਾਲੀਆਂ, ਸ਼ਹੀਦੀਆਂ ਦਿੱਤੀਆਂ, ਕਈ ਰਿਕਾਰਡਡ ਆ, ਕਈ ਨਹੀਂ ਰਿਕਾਰਡਡ। ਔਰ ਉਹ ਚੋਟਾਂ, ਉਹ ਵਿਰੋਧਤਾਵਾਂ ਜਿੰਨੀਆਂ ਸਹਿਨ ਕੀਤੀਆਂ ਸਾਡੇ ਬਜ਼ੁਰਗਾਂ ਨੇ, ਸਾਨੂੰ ਵੀ ਚਾਹੀਦਾ ਹੈ ਕਿ ਉਹ ਤੋਂ ਲੈਸਨ ਲਈਏ, ਅਤੇ ਉਹ ਲੈਸਨ ਲੈ ਕੇ ਅਸੀਂ ਇਹਦੇ 'ਤੇ ਚੱਲੀਏ। ਕਿਉਂਕਿ ਬਹੁਤ ਸਾਰੇ ਗੀਤ ਵੀ ਕਲਾਕਾਰਾਂ ਨੇ ਗਾਏ ਹਨ, ਗਜ਼ਲਸ ਵੀ ਗਾਏ ਹਨ ਸ਼ਰਧਾ ਦੇ ਵਿੱਚ, ਅਤੇ ਉਹਦੇ ਵਿੱਚ ਤਾਂ ਗੁਰਬਾਣੀ ਵਿੱਚ ਵੀ ਆਉਂਦਾ ਹੈ, ਰੇ ਮਨ ਨਾਚ ਗੁਰ ਕੇ ਆਗੇ। ਗੁਰੂ ਦੇ ਆਗੇ ਜਦੋਂ ਨੱਚਣਾ ਆ, ਚੁੱਪ ਕਰਕੇ ਬਿਨਾਂ ਕਿਸੇ ਗੱਲ ਤੋਂ ਨੱਚੀ ਜਾਣਾ। ਕੋਈ ਗੱਲ ਹੋਊਗੀ ਤਾਂ ਨੱਚੋਗੇ, ਉਹ ਇਸ ਕਰਕੇ ਨੱਚੋਗੇ, ਐ ਸਤਿਗੁਰੂ ਤੂੰ ਮਹਾਨ ਹੈ, ਸਾਨੂੰ ਗੁਰਬਾਣੀ ਦਿੱਤੀ, ਸਾਨੂੰ ਰਾਹ ਦੱਸਿਆ ਧਰਮ ਦਾ, ਇਸ ਕਰਕੇ ਉਸ ਖੁਸ਼ੀ ਦੇ ਵਿੱਚ ਅਸੀਂ ਨੱਚ ਰਹੇ ਹਾਂ।
गीत भी आप सुनते हो, तू है मेरा प्रेम देवता, तिन चरण की दासी हूँ मैं, मन की प्यास बुझाने आई, अंतर घट तक प्यासी हूँ मैं। ਉਹ ਜਾਗੋ ਜਦੋਂ ਆਉਂਦੀ ਆ ਰੂਹ ਨੂੰ ਪਰਮਾਤਮਾ ਦੇ ਅੱਗੇ ਜਾਣ ਦੇ ਵਾਸਤੇ, ਉਹ ਵੀ ਤੇ ਨੱਚਦੀ ਆ, ਉਹਦੇ ਵਿੱਚ ਵੀ ਇਹ ਤਮੰਨਾ ਪੈਦਾ ਹੁੰਦੀ, ਉਹ ਵੀ ਇੱਕ ਜਾਗੋ ਆ ਆਪਣੇ ਕਿਸਮ ਦੀ। ਸੋ ਇਸ ਕਰਕੇ ਬੁੱਲੇ ਸ਼ਾਹ ਦੇ ਨਾਲ ਵੀ ਇੰਝ ਹੀ ਹੋਇਆ ਸੀ। ਤੁਸੀਂ ਸਾਰੇ ਜਾਣਦੇ ਹੋ, ਆਪਣੇ ਮੁਰਸ਼ਿਦ ਨੂੰ ਖੁਸ਼ ਕਰਨ ਲਈ ਜਦੋਂ ਉਹਨੂੰ ਜਾਗੋ ਆਈ ਆ, ਜਾਗੋ ਲਿਆਉਣ ਲਈ ਉਹਨੇ ਤਾਂ ਕਿਹਾ, ਬੁੱਲੇ ਸ਼ਾਹ ਨੂੰ ਸੱਦੋ ਸ਼ਾਹ ਨਾਦ ਦੇ ਬੂਹੇ, ਜਿਸ ਨੇ ਸਾਨੂੰ ਪਵਾਏ ਚੋਲੇ ਸਾਵੇ ਤੇ ਸੂਹੇ, ਜਦੋਂ ਮਾਰੀ ਸੀ ਅੱਡੀ, ਜਦੋਂ ਮੈਂ ਨੱਚਿਆ ਸੀ, ਕਹਿੰਦਾ ਜਦੋਂ ਮਾਰੀ ਸੀ ਅੱਡੀ, ਮਿਲ ਗਿਆ ਹੈ ਬਹਈਆ, ਤੇਰੇ ਇਸ਼ਕ ਨਚਾਇਆ ਕਰਕੇ ਥਈਆ ਥਈਆ। ਇਹ ਜਾਗੋ ਹੀ ਸੀ ਉਹਦੀ, ਬੁੱਲੇ ਸ਼ਾਹ ਦੀ ਵੀ ਇਹ ਜਾਗੋ ਸੀ। ਸੋ ਪਿਆਰਿਓ, ਇਹ ਜੋ ਕੁਛ ਵੀ ਚੀਜ਼ਾਂ ਹਨ, ਇਹ ਜਾਗੋ ਹੀ ਹੈ। ਇਹਨਾਂ ਗੱਲਾਂ ਨਾਲ, ਇਹਨਾਂ ਨੂੰ ਗਾ ਕੇ, ਇਹਨਾਂ ਤੇ ਚੱਲ ਕੇ, ਇਹਨਾਂ ਨਾਲ ਡਿਸਕਸ ਕਰਕੇ ਸਾਨੂੰ ਜਾਗੋ ਆਉਂਦੀ ਹੈ। ਇਸ ਕਰਕੇ ਬੰਗੜ ਜੀ, ਇਹ ਜੋ ਕਲਾਕਾਰਾਂ ਨੇ ਅੱਜ ਇਹ ਗੀਤ ਗਾਇਆ ਹੈ, ਮੈਂ ਇਹਨਾਂ ਦਾ ਬੜਾ ਥੈਂਕ ਕਰਦਾ, ਬੜਾ ਧੰਨਵਾਦੀ ਹਾਂ ਕਿ ਇਹਨਾਂ ਨੇ ਆਪਣੇ ਢੰਗ ਦੇ ਨਾਲ ਸਾਨੂੰ, ਸਾਡੀ ਕਮਿਊਨਿਟੀ ਨੂੰ, ਰਵਿਦਾਸੀਆਂ ਨੂੰ ਇਹ ਇੱਕ ਸੰਦੇਸ਼ ਦਿੱਤਾ ਹੈ ਕਿ ਹੁਣ ਕਿੰਨਾ ਚਿਰ ਹੋਰ ਸੁੱਤੇ ਰਹਿਣਾ। ਵਾਟ ਐਲਸ ਯੂ ਵਾਂਟ। ਇੱਕ ਸ਼ੇਰ ਹੈ कि फना के बाद भी दीवाने तेरे पूछते हैं, वो क़यामत जो गुजरनी थी वो कहाँ गुजरी है। वो भले मानसो संत शहीद हो गए, 4 होर शहीद हो गए ਪਿਛੋਕੜ ਦੇ ਵਿੱਚ, ਕਈਆਂ ਸਾਲਾਂ ਤੋਂ, ਕਈਆਂ ਦਹਾਕਿਆਂ ਤੋਂ, ਸੈਂਕੜੇ ਸਾਲਾਂ ਤੋਂ ਸਾਡੇ ਬੰਦੇ ਸ਼ਹੀਦ ਆਉਂਦੇ ਰਹੇ ਆ, ਹੁੰਦੇ ਰਹੇ ਆ। ਤੇ ਤੁਸੀਂ ਹੁਣ ਪੁੱਛਦੇ ਆ ਉਹ ਕੁਛ ਹੋਣਾ ਸੀ ਭਾਈ, ਉਹ ਹੋਇਆ ਨਹੀਂ ਹਾਲੇ, ਹੋ ਤੇ ਗਿਆ। ਰਵਿਦਾਸੀਆ ਧਰਮ ਪਹਿਲਾਂ ਵੀ ਸੀ, ਅੰਮ੍ਰਿਤ ਬਾਣੀ ਆ ਗਈ ਹੈ। ਸੋ ਇਸ ਕਰਕੇ ਉਹਦੀ ਜਾਗੋ ਆਈ ਹੈ। ਤੋ ਲੇਕਿਨ ਹੈਰਾਨੀ ਦੀ ਗੱਲ ਹੈ ਕਿ ਸਾਡੇ ਕਈ ਸੱਜਣ ਹਾਲੇ ਵੀ ਅੰਮ੍ਰਿਤ ਬਾਣੀ ਮੰਨਣ ਨੂੰ ਤਿਆਰ ਨਹੀਂ। ਉਂਝ ਬਾਣੀ ਸ਼੍ਰੀ ਗੁਰੂ ਰਵਿਦਾਸ ਜੀ ਦੀ ਆ, ਤੁਹਾਡੀ ਨਹੀਂ, ਮੇਰੀ ਨਹੀਂ, ਗੁਰੂ ਮਹਾਰਾਜ ਦੀ ਹੈ। ਜੇ ਉਹ ਕਿਸੇ ਇੱਕ ਗ੍ਰੰਥ ਦੇ ਵਿੱਚ ਪੂਜਨੀਏ ਹੈ ਤੇ ਉਹ ਜੁਦੇ ਤੌਰ ਦੇ ਉੱਤੇ ਅਗਰ ਇਕੱਠੀ ਕੀਤੀ ਜਾਂਦੀ ਹੈ ਤੇ ਕੀ ਉਹ ਪੂਜਨੀਏ ਨਹੀਂ ਹੋ ਸਕਦੀ? ਕੀ ਉਹ ਜੁਦੀ ਹੋਣ ਦੇ ਨਾਲ ਕੀ ਉਹ ਸੈਟਨਿਕ ਵਰਸਿਸ ਹੋ ਜਾਂਦੀ ਆ? ਕਿ ਗੁਰੂ ਦਾ ਮਤਲਬ ਉਹ 'ਚ ਗੁਰੂ ਨਹੀਂ ਰਹਿੰਦਾ? ਕਿ ਰੱਬ ਦਾ, ਭਗਵਾਨ ਦਾ ਨਾਂ, ਮਾਧੋ ਦਾ ਨਾਂ, ਰਘੂਵਰ ਦਾ ਨਾਂ, ਰਾਘਵ ਦਾ ਨਾਂ, ਨਾਥ ਦਾ ਨਾਂ, ਕੀ ਉਹਦਾ ਮਤਲਬ ਉਹ ਨਹੀਂ ਰਹਿ ਜਾਂਦਾ ਕਿ ਕੋਈ ਗਾਲਾਂ ਬਣ ਜਾਂਦੀਆਂ? ਉਹ, ਮੈਂ ਲਫ਼ਜ਼ਾਂ ਦੀ ਮਾਫੀ ਚਾਹੁੰਦਾ, ਉਹ ਉਹੀ ਰਹਿੰਦਾ ਆ। ਸੋ ਇਸ ਦਾ ਮਤਲਬ ਇਹ ਹੋਇਆ ਕਿ ਬਾਣੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਕਿੱਥੇ ਹੈ, ਕਿਹੜੇ ਗ੍ਰੰਥ ਸੀ, ਕਦੋਂ ਸੀ, ਕਿੱਦਾਂ ਨਹੀਂ ਸੀਗੀ, ਉਹਦੇ ਵਿੱਚ ਨਹੀਂ ਜਾਣਾ। ਹੁਣ ਜਦੋਂ ਇਕੱਤਰਿਤ ਕਰਕੇ ਇੱਕ ਗ੍ਰੰਥ ਉਹਨਾਂ ਦਾ ਬਣਿਆ ਹੈ, ਇਹ ਸਾਡਾ ਫਰਜ਼ ਬਣਦਾ ਆ ਕਿ ਉਹ ਜਿਹੜੀ ਜਾਗੋ ਆਈ ਆ ਉਸ ਨੂੰ ਅਸੀਂ ਖਿੜੇ ਮੱਥੇ ਮੰਨੀਏ ਔਰ ਉਹਦੇ ਤੇ ਚੱਲੀਏ। ਗਾਣਾ ਗਾਉਣ ਨਾਲ ਨਹੀਂ ਗੁਜ਼ਾਰਾ ਹੁੰਦਾ। ਗਾਣੇ ਤਾਂ ਅਸੀਂ ਗਾਉਂਦੇ ਰਹਿੰਦੇ ਹਾਂ, ਅਸੀਂ ਹੋਰ ਵੀ ਕਈ ਨਾਅਰੇ ਵੀ ਲਾਉਂਦੇ ਰਹਿੰਦੇ ਹਾਂ, ਸ਼ਬਦ ਵੀ ਗਾਉਂਦੇ ਰਹਿੰਦੇ ਹਾਂ, ਅਰਦਾਸਾਂ ਵੀ ਕਰਦੇ ਰਹਿੰਦੇ ਹਾਂ। ਲੇਕਿਨ ਇਹ ਜਿਹੜੀ ਦੁਨੀਆ ਹੈ ਨਾ, ਇਹ ਦੁਨੀਆ ਕਰਮ ਖੇਤਰ ਆ। ਐਵਰੀ ਐਕਸ਼ਨ ਰਿਕੁਆਇਰਡ ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ। ਹਰ ਚੀਜ਼ ਜਿਹੜੀ ਆ ਕੌਜ਼ ਐਂਡ ਇਫੈਕਟ ਤੇ ਚੱਲ ਰਹੀ ਆ। ਇਸ ਕਰਕੇ ਉਹ ਕੌਜ਼ ਨੂੰ ਸਮਝਦਿਆਂ ਹੋਇਆਂ, ਚੱਲਦਿਆਂ ਹੋਇਆਂ ਉਹਦਾ ਇਫੈਕਟ ਹੋਇਆ। ਉਹਦਾ ਇਫੈਕਟ ਹੋਣ ਦਾ ਮਤਲਬ ਇਹ ਹੋਇਆ ਕਿ ਇਹ ਜਾਗੋ ਆਈ। ਇਹ ਉਹ ਜਾਗੋ ਨਹੀਂ ਜਿਹੜੀ ਵਿਆਹਾਂ 'ਚ ਗਾਉਂਦੇ ਆ, ਜਾਂ ਇਹ ਉੱਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਹੱਸਣ ਖੇਡਣ ਦੀ, ਭੰਗੜੇ ਪਾਉਣ ਵਾਲੀ ਗੱਲ ਜੀ ਜਾਗੋ ਆਈ ਆ। ਸਾਡੀ ਜਾਗੋ ਜਿਹੜੀ ਆ ਉਹ ਇਹ ਆ, ਰਵਿਦਾਸੀਅਤ ਧਰਮ ਦੀ ਜਾਗੋ ਆ। ਤੇ ਇਹ ਮੈਂ ਆਪਣਾ ਸਮ ਅਪ ਕੀਤਾ ਇਸ ਨੂੰ ਕਿ ਮੈਂ ਇਸ ਨੂੰ ਕਿਵੇਂ ਜਾਗੋ ਸਮਝਦਾ ਹਾਂ। ਉਹ ਇਸ ਤਰ੍ਹਾਂ ਵੀ ਹੈ, ਇੱਕ ਸ਼ਾਇਰ ਨੇ ਕਿਹਾ ਕਿ ਹਮੇ ਮਿਲ ਗਈ ਹੈ ਚਹਿਕਨੇ ਕੇ ਲਈ ਸ਼ਾਖ ਆਪਣੀ। ਸ਼ਾਖ ਦਾ ਮਤਲਬ ਟਹਿਣੀ ਇੱਕ ਸਾਨੂੰ ਵੀ ਮਿਲ ਗਈ ਆ। ਅਸੀਂ ਬੁਲਬੁਲਾਂ ਗੁਰੂ ਰਵਿਦਾਸ ਦੀਆਂ। ਅਸੀਂ ਉਸ ਟਹਿਣੀ ਤੇ ਬਹਿ ਕੇ ਬਗੀਚੇ ਦੇ ਵਿੱਚ ਉਹਦੇ ਸ਼ਬਦ ਗਾਉਣੇ ਆ, ਉਹਦੇ ਗੀਤ ਗਾਉਣੇ ਆ, ਉਹਦੀ ਜਾਗੋ ਗਾਉਣੀ ਆ। ਮਤਲਬ ਕਿ ਪਹਿਲਾਂ ਸਾਡੇ ਕੋਲ ਟਹਿਣੀ ਨਹੀਂ ਸੀ, ਅਸੀਂ ਦੂਜਿਆਂ ਦੀਆਂ ਟਹਿਣੀਆਂ ਦੇ ਉੱਤੇ ਉਹਨਾਂ ਦੇ ਸ਼ਬਦ ਗਾਈ ਗਏ, ਉਹਨਾਂ ਦੇ ਗੀਤ ਗਾਏ ਗਏ, ਉਹਨਾਂ ਦੀ ਉਪਮਾ ਕਰੀ ਗਏ। ਤੇ ਲੱਭਾ ਕੀ ਤੁਹਾਨੂੰ? ਕੱਖ ਵੀ ਨਹੀਂ। ਤੁਹਾਡਾ ਜਦੋਂ ਅਪਣਾਤੀ ਨਾ ਹੋਈ, ਓਨ ਨਾ ਹੋਇਆ, ਤੇ ਫਿਰ ਕੀ ਹੋਇਆ? ਹਮੇ ਮਿਲ ਗਈ ਹੈ ਚਹਿਕਨੇ ਕੇ ਲਈ ਸ਼ਾਖ ਆਪਣੀ, ਅਬ ਕੌਣ ਕਹਿਤਾ ਹੈ ਚਮਨ ਮੇਂ ਸਯਾਦ ਨਾ ਹੋ। ਹੋਵੇ ਤਾਂ ਹੋਵੇ, ਸਾਨੂੰ ਕੀ ਪਰਵਾਹ ਆ। ਅਸੀਂ ਆਪਣੀ ਟਹਿਣੀ ਤੇ ਸ਼ਹੀਦ ਹੋਵਾਂਗੇ, ਅਸੀਂ ਆਪਣੀ ਟਹਿਣੀ ਤੇ ਜਾਗੋ ਗਾਵਾਂਗੇ, ਅਸੀਂ ਆਪਣੀ ਟਹਿਣੀ ਤੇ ਬਹਿ ਕੇ ਆਪਣੇ ਭਰਾਵਾਂ ਨੂੰ ਜਗਾਵਾਂਗੇ। ਸੋ ਇਹ ਜਾਗੋ ਜਿਹੜੀ ਹੈ, ਇਹ ਉਹ ਜਾਗੋ ਆਈ ਹੈ ਔਰ ਬੜੀ ਇਹੋ ਘਾਲਣ ਤੇ ਆਈ ਹੈ। क्योंकि एक शेर है, माफ़ करना मैं थोड़ा, वो मुझसे रोशनी मांगने आया अंधेरा बनकर, वो मुझसे रोशनी मांगने आया अंधेरा बनकर, मैं अपना घर ना जलाता तो क्या करता। ये शहीदियाँ महात्मावां ने, लोगों ने, बंदियां ने, साडियां ने ये शहीदियाँ पाइयां। सैकड़ियां सालों तो अपने घर जलाए, मतलब कि अपने आप को कुर्बान किया। रोशनी देने नूं भी मेरे धर्म की आ रोशनी आ, तो मैं अपनी शहीदी ना दिंदा तो होर की करदा, उदा रोशनी तेनों पता किदां लगनी सी। ये उस शहीदी की जागो सी। तो इस करके मैं जे ज़्यादा समा नहीं लिया, मैं इन्ने शब्दों के नाल होर भी बहुत बोल सकते हैं कि ये रविदासीयत धर्म की जागो का ये मतलब है। तो इस करके बुल्ले साहब ने जिक्र किया। मैं थोड़ा जिहा इहदे विच जिहड़ियां बाकी लोगों दी जागो गाउंदे रहे हैं,
ਮੈਂ ਥੋੜਾ ਜਿਹਾ ਤਨਜ਼ ਉਹਦੇ ਤੇ ਕਰ ਦਿੰਦਾ, ਗਲਤ ਨਹੀਂ ਹੈ। ਉਹ ਇਹ ਆ ਕਿ ਮੈਂ ਉਹਨਾਂ ਨੂੰ ਇਹ ਕਹਿ ਰਿਹਾ ਆ, ਜਿਹੜੇ ਸਾਨੂੰ ਕਹਿੰਦੇ ਰਹੇ ਆਹ ਜਾਗੋ ਗਾਓ, ਆਹ ਗਾਓ, ਇੱਦਾਂ ਗਾਓ, ਇੱਥੇ ਰਹੋ, ਸਾਡੇ ਨਾਲ ਰਹੋ, ਸਭ ਕੁਛ ਹੋਇਆ ਕਿ ਮੈਂ ਅੱਜ ਉਹਨਾਂ ਨੂੰ ਇਹ ਕਹਿ ਰਿਹਾ कि साकिया मेरी अकीदत को ना धोखा देना, मैं तेरी आंखों की नीयत से खबरदार नहीं, मुझको तो होश नहीं थी, तुझको खबर हो शायद कि लोग कहते हैं कि तूने मुझे बर्बाद किया। इन्हां लोगों ने जिधर जिधर असीं गए हैं सानू उन्होंने बर्बाद किया, ना सानू इक्वैलिटी दी इकनॉमिक फील्ड च, ना सोशल फील्ड च, ना पोलीटिकल फील्ड च, ना फाइनेंस दे विच, ना एजुकेशन दे विच, किते भी नहीं। सानू रखिया जरूर अपने नाल पूछ पड़वा के, लेकिन नारे भी अपने लगवाए, राइट। तो लेकिन जिहड़ी चीज़ चाहिए सीगी जिहदे नाल इक्वैलिटी हुंदी, जिहड़ियां मैं गल्लां बोलियां, उहदे विच देयर वाज नथिंग। दैट इज़ वाई इस करके मेरे बस्तियां जुदियां, हाले तक मेरे महल्ले जुदे आ, मेरे पिंडां च माफ़ करना कि चमालड़ियां कहंदे वो जुदियां आ। वट इज़ इक्वैलिटी, वट इज़ द यूनीफॉर्मिटी इन द सोसाइटी? समाज दे विच यूनीफॉर्मिटी कित्थे गई? नहीं, वो ये सी कि तुसीं राग साडा जरूर गाओ, लेकिन मंगो ना सातों कुछ भी, और अपने था कट्ठे ना होयो। लेकिन सतगुरु रविदास ने कहा कि सतसंगत मिल रही है माधो जैसे मत मखीरा, वो भले हो मानसो रविदासियो, मेरे पैरेकारो, मेरे बच्चे हो, अपने थां ते कट्ठे हो जाओ, उत्थे दी जागो गाओ, कट्ठ दी अपने दी। इस तो इलावा उन्होंने ये भी कहता, अजकल जी खबर आ रही है जी उड़ीसा दे विच एक दलित परिवार की शादी हो रही सी, लड़की लड़के नूं वो ब्राह्मण ने, पंडित ने मंदिर दे विच बिठा के शादी नहीं की जिवें करदे, कहंदे नहीं तुसीं दलित हो, छूत हो, तुसीं बाहर रहो, बरांडे दे विच जां विहड़े च बह के उन्हां दी शादी कीती। और दूरों ही उन्हां ते पानी दे छिट्टे वगैरह जदों कोई लामा पढ़दे होणगे मंत्र, वो दूरों मारे छिट्टे, फिर उन्हां तों भेटा भी जिहड़े लई, कहा एक पासे रख दो, मैं हत्थ नहीं लाउणा तुहानूं, मैं भ्रष्ट ना हो जावां। पाकिस्तान दे विच भी ये खबर आई, देख लो, उन्होंने तो देनी सी खबर, क्योंकि वो इस्लामिक जो धर्म दसदे आ उस कहंदे जात पात नहीं। तो उन्होंने दसिया कि ए हिंदुस्तान के लोगो, तुसीं डेमोक्रेसी नूं तो कहंदे आ, तुहाडे अज दे युग दे हो की रहा ते तुसीं मतलब उन्होंने अंदर नहीं वड़न दिता। इस तरह मैं कुछ होर खबर सुनी कि बई पंजाब दे विच भी जां हरियाणे च किसी नूं अंदर नहीं वड़न दिता, बई तुसीं उस मंदिर च नहीं जा सकते। भाई हैरानी की गल है, सतगुरु रविदास जी महाराज 600 साल पहला कह गए, ओए आपन बापे ना ही किसी को भावन को हर राजा, तुसीं जरूर उत्थे नूं जाना, तुसीं जरूर किसी मंदिर मस्जिद गुरुद्वारे सिर बाड़ना जाके अपना, और तुहानूं अपना नहीं दीदा, कण कण में हर जू बसे संतन केहो पगार। गुरु महाराज सतगुरु तो कहते हैं कि रब तो पूर्व पश्चिम उत्तर दक्षिण सारे किसी दरख्त विच भी बसदा, उहदे हेठां बह के अपनी शादी कर लो, उहदे मंत्र पढ़ लो, खुले मैदान च पढ़ लो। वाई क्यों? वो इस करके इफ इज ओमनी प्रेजेंट, तो की जरूरत हैगी है कि एवें किसी दे नाल लड़दे फिरो जाके, आपन बापे ना ही किसी को भावन को हर राजा, अपने घर बह के अपने धर्म के उत्ते उत्थे दी जागो गावो प्यारिओ। इस करके किसी नूं नफरत ना करो, प्रेम ना रवो, सारे आपो अपने खुश रहन। उन्हां वल देख के सानू यह अकल आउणी चाहीदी आ कि इफ एवरीबॉडी इज फ्री इन चूजिंग इज रिलीजन और हर रिलीजन, और चॉइस है सानू भी उन्नी आ, और इंडियन कॉन्स्टिट्यूशन च भी है, UN च भी है, सारे इस कंट्री च भी है। तो इस करके सानू अपनी ही जागो ते अपने घर गाउणी चाहीदी है। ये मैं सम अप कर सकिया। मैं रमेश जी की बेनती करांगा, रमेश जी नूं इन्हां पास एक पैंपलेट है बड़ा पुराना, मैं पहलां भी दस्सिया कि साडे बजुर्ग जिहड़े आ अपने अपने टाइम 'च किसी ना किसी स्टेज तक जरूर पहुंचे धर्म रविदासी अपनाउण लई, बनाउण लई, अमृत बाणी लई। रमेश जी तुसीं ये जिहड़ी चीज़ तुहानूं मिली है ये थोड़ा वेरवा दिओ, और वो दसो मेन गल जिहड़ी इहदे विच हैगी आ। श्री गुरदास मिशन इंटरनेशनल वालों सारे जगत नूं जय गुरुदेव। वाली साहब जो मेरे कोल एक पेपर है ये साडे वालसल तो मैनूं मिलिया आ, OP जनागल साहब जो बजुर्ग साडे हन, सियाणे हन, उन्होंने श्री गुरदास फाउंडेशन ऑफ इंडिया UK ब्रांच बनाई सी 73 दे विच। उन्होंने पेपर जो उस वेले सारे जनता नूं भेजिया सी, वंडिया सी, मैनूं भी कॉपी मिली सी। इहदे विच भी उन्हें 1973 दे विच लिखिया आ, गुरु रविदास महाराज दी अमृत बाणी साडे लई ही अनमोल है। वाह वाह वाह, 73 दे विच अमृत बाणी तो 73 तो मैं कहना चिरकालां तो कि धुरों ही अमृत बाणी, ये भी धुर की बाणी आई है। अच्छा, उन्हें नाल जी ये भी कहा आ बई कि जिहड़ा तुहाडा प्रोग्राम आ वो बहुत वधिया आ, उन्हें शलांघा कीती आ, माली मदद भेजण दा भी उन्हें वादा कीता आ, ते उन्हें कहा भी साडे कोल इदां दीयां वीडियो फिल्मां भी हैगियां जो गुरुदास महाराज दे मिशन नूं होर भी प्रचार कर सकदियां, अमृत बाणी दे बारे भी प्रचार कर सकदियां आ, ਉਹ ਸਾਡੇ ਟੈਲੀ ਦੇ ਉੱਤੇ ਆਉਣਗੀਆਂ। ਅੱਛਾ ਜੀ, ਤੇ ਹੁਣ ਆਪਾਂ ਬ੍ਰੇਕ ਤੇ ਜਾ ਰਹੇ ਹਾਂ, ਉਸ ਤੋਂ ਬਾਅਦ ਬਾਕੀ ਜੋ ਪ੍ਰੋਗਰਾਮ ਹੈ ਇਦਾਂ ਚੱਲਦਾ ਰਹੇਗਾ, ਉਸ ਵਿੱਚ ਬਾਕੀ ਦਾ ਪ੍ਰੋਗਰਾਮ ਆਪਾਂ ਦੱਸਾਂਗੇ। 5 ਮਿੰਟ ਮੇਰਾ
ਹੈਲੋ ਅਗੇਨ, ਜੈ ਗੁਰਦੇਵ, ਧੰਨ ਗੁਰਦੇਵ। ਜਿਸ ਤਰ੍ਹਾਂ ਸਾਧ ਸੰਗਤ ਜੀ ਜਾਂ ਰਵਿਦਾਸੀਆ ਜੀ ਪ੍ਰੋਗਰਾਮ ਚੱਲ ਰਿਹਾ ਸੀ, ਉਹਦੇ ਵਿੱਚੋਂ ਪਿਛਲੇ ਸੈਗਮੈਂਟ ਦੇ ਵਿੱਚੋਂ ਇੱਕ ਚੀਜ਼ ਰਹਿ ਗਈ ਸੀ। ਸਾਡੇ ਰਮੇਸ਼ ਕਲੇਰ ਜੀ ਨੇ ਉਹ ਆਪ ਦੇ ਵਾਸਤੇ ਇਹ ਸੂਚਨਾ ਦੇਣੀ ਸੀ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅੰਮ੍ਰਿਤ ਬਾਣੀ ਦੇ ਪ੍ਰਚਾਰ ਵੀ ਹੋ ਰਹੇ ਨੇ, ਜਾਪ ਵੀ ਹੋ ਰਹੇ ਨੇ, ਔਰ ਲੋਕ ਘਰਾਂ ਵਿੱਚ ਪ੍ਰੋਗਰਾਮ ਵੀ ਕਰਵਾ ਰਹੇ ਨੇ। ਔਰ ਇਸੇ ਉਪਲਕਸ਼ ਦੇ ਵਿੱਚ ਬੈਡਫੋਰਡ ਤੋਂ ਸੋਹਣ ਮਹਿਮੀ ਔਰ ਬੀਬੀ ਸਤਿਆ ਮਹਿਮੀ ਦੇ ਪਿਤਾ ਜੀ ਹਜ਼ਾਰਾ ਰਾਮ, ਸੋਹਣ ਮਹਿਮੀ ਦੇ ਪਿਤਾ ਜੀ ਹਜ਼ਾਰਾ ਰਾਮ ਮਹਿਮੀ, ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਨਿਮਿਤ ਇਹ ਜੋ ਅੰਮ੍ਰਿਤ ਬਾਣੀ ਦੇ ਪ੍ਰਕਾਸ਼ ਵੀ ਕਰਵਾਏ ਹੋਏ ਔਰ ਪਾਠ ਵੀ ਕਰਵਾਏ ਗਏ। ਔਰ ਉਸ ਦੇ ਵੇਲੇ ਜੋ ਉਹਨਾਂ ਨੇ ਮਾਲੀ ਮਦਦ ਭੇਜੀ ਹੈ ਇਸ ਸਭਾ ਨੂੰ, ਇਸ ਪ੍ਰੋਗਰਾਮ ਨੂੰ, ਉਹ ਮਤਲਬ ਉਸ ਦੇ ਵਾਸਤੇ ਅਸੀਂ ਆਪ ਨੂੰ ਦੱਸਣਾ ਸੀ, ਉਹ ਰਹਿ ਗਿਆ ਸੀ। ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਔਰ ਇਸੇ ਤਰ੍ਹਾਂ ਆਪ ਵੀ ਜੋ ਕੁਛ ਵੀ ਆਪ ਦੇ ਕੋਲੋਂ ਬਣ ਪੈਂਦਾ ਹੈ ਗੁਰੂ ਮਹਾਰਾਜ ਦੇ ਇਸ ਮਿਸ਼ਨ ਵਾਸਤੇ, ਰਵਿਦਾਸੀਆ ਧਰਮ ਲਈ, ਅੰਮ੍ਰਿਤ ਬਾਣੀ ਲਈ ਔਰ ਇਸ ਪ੍ਰੋਗਰਾਮ ਲਈ, ਮੋਨਿਟਰੀ ਹੈਲਪ ਇਜ਼ ਦਾ ਮੋਸਟ ਇੰਪੋਰਟੈਂਟ। ਪੈਸੇ ਦੇ ਬਿਨਾਂ ਇੱਕ ਮਿੰਟ ਵੀ ਸਾਨੂੰ ਨਹੀਂ ਮਿਲਦਾ, ਸੋ ਇਸ ਕਰਕੇ ਇਹਦੀ ਸੇਵਾ, ਇਹਦੀ ਪੈਸੇ ਪੱਖੋਂ ਸੇਵਾ ਕਰਦੇ ਰਹਿਣਾ। ਅਤੇ ਹੁਣ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ ਬੀਬੀ ਨਰੇਸ਼ ਸੋਂਧੀ, ਇਹ ਯੰਗ ਲੇਡੀ who got a degree in finance and at present she is a financial advisor. I'm very happy. Maybe she will help us how to get or how to raise funds for the program. तो ਇਹਨਾਂ ਨੂੰ ਅੱਜ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ, ਔਰ ਇਹਨਾਂ ਦੇ ਨਾਲ ਨਾਲ ਸਾਡੇ ਫਕੀਰ ਸਿੰਘ ਵਿਰਦੀ ਜੀ, ਸਾਡੇ ਬਜ਼ੁਰਗਵਾਰ, ਜਿਨ੍ਹਾਂ ਨੇ ਕਿ ਡਾਕਟਰ ਅੰਬੇਡਕਰ ਸਾਹਿਬ ਨਾਲ ਵੀ ਸਮਾਂ ਗੁਜ਼ਾਰਿਆ, ਔਰ ਪੁਰਾਣੇ ਸੰਤ ਜਿਤਨੇ ਵੀ ਸਨ ਉਹਨਾਂ ਦੇ ਨਾਲ, ਔਰ ਕਾਸ਼ੀ ਡੇਰਾ ਜੋ ਹੈ ਉਹਦੀ ਸਾਰੀ ਹਿਸਟਰੀ ਦੇ ਜਾਣੂ ਹਨ, ਔਰ ਅੱਜ ਕੱਲ੍ਹ ਹਰ ਕੰਮ ਦੇ ਵਿੱਚ ਜੋ ਵੀ ਰਵਿਦਾਸੀਆ ਧਰਮ ਨੂੰ ਪ੍ਰਮੋਟ ਕਰਨ ਦੇ ਵਿੱਚ, ਅੰਮ੍ਰਿਤ ਬਾਣੀ ਦੇ ਵਾਸਤੇ ਜੋ ਵੀ ਹੈ ਉਹਦੇ ਵਿੱਚ ਤਨੋਂ ਮਨੋਂ ਤੁਹਾਨੂੰ ਸੇਵਾ ਕਰਦੇ ਹਨ। ਅਤੇ ਮੈਂ ਸਭ ਤੋਂ ਪਹਿਲਾਂ ਦ ਯੰਗ ਲੇਡੀ ਨਰੇਸ਼ ਸੋਂਧੀ ਜੋ ਹੈ ਉਹਨਾਂ ਨੂੰ ਟਾਈਮ ਦੇਵਾਂਗਾ। ਵਾਟ ਆਈ ਐਮ ਗੋਇੰਗ ਟੂ ਆਸਕ from this young lady, I would first of all encourage her by saying a philosopher's wording, that when you determine or when you want something, all universe conspires in helping you to achieve it. So what you have determined, what you think, I mean in respect of Shri Guru Ravidas Ji as Guru, Amrit Bani as holy book of Ravidasiya Dharma, and Ravidasiya Dharma as an organized religion at present, the need for that, and why is important for us, for Ravidasiyas. So I would request you to put light on that as a young person, so that our young generation in this country and all over the world, they may understand that we are not ignoring them and we are not going without them. Rather, we are disappearing world, they are coming, appearing world, so they are our future. So keeping that thing in view, I must give the full time to the young generation also in the future programs. So today it's your turn, so please give your views on these three things, Guruji Ravidas Ji, Amrit Bani and Ravidasiya Dharma, that how did you decide to be Ravidasiya? Naresh Sondhi. First of all, I want to say Jai Gurudev. Jai Gurudev, Dhan Gurudev. From a very, very young age, my grandparents, Mr. Hansraj Sondhi and Mrs. Deepo Sondhi, taught me about our religion, the Guru Ravidas religion, and who our Guru was. Yes. I've also had done my own research as I grew older to find out what the religion was about and all the struggles that we went through and what our Guru went through. Very good. Also, I've been being taught by the late Sant Ramananji as well about our religion and what they've done for the community. Yes. I believe and I'm very, very proud to have the Amrit Bani, because we already had everything in our religion. We had our own religion, we had our Very name, good, very good. we had our worship place, we had our own religious sign. The only thing that was missing was our holy book. Right. And now we have our holy book, and we should be very, very proud. And it is very proud to say, and I'm very proud to say, I have my own religion. When anybody asks me, especially at work, a lot of people, especially Good. youngsters, different communities, they ask me, what religion are you? And I said, I'm Ravidasiya. Yes. And a lot of people from different religions
for now don't actually know what Ravi Dasya is. Sorry to interrupt you. I will continue with your discussion or with your views. A big question which you can answer quite easily. Nowadays in India as well as in all over the world, especially in UK, we Ravidasyas, we did write in the religious column, in the census form, perhaps in the March, we are Ravidasya. If we are Ravidasya, we entered it, we wrote it in the column of religions. So when we write Ravidasya, is this the story ends over there, or you understand that it's not only by writing, we have to become Ravidasya in practice. So you please give some idea about it, that it's not sufficient just to write Ravidasya. How is it, how it can be Ravidasya by practice? So you give some few hints about practice, what practice we should do to be Ravidasya. Okay, I agree with that. It's not only by writing that you're Ravidasya. You need to know more about your religion. Yes. Also, the ways you can do that is actually, we have our own Amrit Bani. Good. Read your own Amrit Bani. There are so many websites of the Guru Ravidas that teach you about Guru Ravidas. You can go on Facebook. There's a lot of philosophies out there about Guru Ravidas. So to become a true Ravidasya, you need to have that inside, and everybody has it, but you just need to go and do your own research. All the information is given to you. All the information is there. It's that everybody, especially the young generation, like I've said, there's so many websites that you can go on these days to find out all that information. And from your parents, like I've said, we have our own Amrit Bani. There's no reason to run to different religions, because first of all, we're not Sikh and we're not Hindu. With Ravidasya, we're totally different. We have our own religion and we should be very proud of it, just the way I am. That's good. That's very good picture. You have given the very good, clear description of to be a Ravidasya. Means in all religions, I understand there are 4 pillars. Means there is a prophet. Ours is Shri Guru Ravidas Ji. Then prophet's holy book, Amrit Bani. Then the name of the organized religion, that is Ravidasya. Then the birthplace of your prophet, where you go for pilgrims, that is Banaras Kashi, where I also went. You also go, and I request everybody at least once in your lifetime, or if you can afford every year, we must pay our homage over there to Guru Ravidas Ji. And I will also talk few things about Guru Ravidas Ji's Murti. Some people object about it, that why you have Murti. That's I go next in the next question, but it's not the question to you. Fourth thing is about a religion, there is a code of worship. For a code of worship, every religion got their code of worship and they strictly follow that. Whatever religion you go or find or go to religious places, you do find that. In our Ravidasya religion, what is our slogan? What's our chanting? What's our Jaikara? Our Jaikara is Jai Gurudev. Jai Gurudev. Or what the other thing we say together, slogan, when we complete our worship or arti or any program, religious program at the end, what we say? Yo bole? Sonapaya Guru Ravidas Jai. Right. Sorry. In Punjabi and in English that means that whosoever will say victory to our Guru, he will become fearless. Yeah. Same thing is there in every religion. I have heard, I've been to many places. I am a student of other religions also, contemporary religions. I've been to some Hindu organizations and they say, जो बोले सो निर्भय वैदिक धर्म की जय, धर्म की ज्योति जलती रहे, बड़ी अच्छी गल है, प्राणियों में सद्भावना हो. इसी तरह से दूसरे रिलीजन जो हैं वो भी अपने गुरु की प्रॉफिट की जय बुलाते हैं. तो इसलिए ठीक है, जो बोले सो निर्भय, श्री गुरु रविदास की जय. This is what we do, and we take verses from Amrit Bani at the occasions, whether it's the birth time or anniversary, death anniversary, or birth anniversary of Shri Guru Ravidas Ji, or you start any business or anything, at that time we do the prayer also. And that is also a part of the code of worship. So you know all these code of worship,
you know do you know the Holy Book, you know Guru Ravidas Ji, his pilgrimage place, that you, as you said, you do tell the people of your age that what is my religion, how we perform, but do you ever talk to them in a upsetting manner or a forceful manner, or you talk to them with cooperation and respect and devotion to other religions also? Okay. With respects to that, first of all, I'd say I respect every religion, and everybody in our community does respect every religion. Yes. And what we want is the same respect back. We have no problem with anyone, different religion, different caste, because to us, everybody is equal. When somebody asks me about my religion, I am very happy to explain about them. And if they still don't understand, like I've said, there's websites, there's books where they can clearly read about the religion. It's very freely open for everybody to do research on there. Very good. That's the message or the guidelines from our Guru, that we should love each and everybody, respect each and everybody, because even in Christianity they say love thy neighbor even. Yeah. So our Ravidasiya religion also gives the message of peace, respect, love, cooperation, and all those activities which are for the welfare of the fellow being, for the humanity and all that. I am very proud of you, young lady, because this is what we want our young generation should understand, because they normally question us. And I'm very thankful to you, your parents, your grandparents, who gave you the proper lines, proper guidelines, and proper information of our Ravidasiya Dharma, our Guru and Amrit Bani. So keep it up, carry on like that. In future you will be also given some more chances when you do your research on this. And now, Ravidasiya ji, I come to our very respected, honorable old man, Fakir Singh Dwivedi, ਤੇ ਜਿਸ ਤਰ੍ਹਾਂ ਮੈਂ ਦੱਸਿਆ ਸੀ ਡਾਕਟਰ ਅੰਬੇਡਕਰ ਸਾਹਿਬ ਨਾਲ ਵੀ ਇਹਨਾਂ ਦਾ ਮਿਲਣੀ ਰਹੀ ਆ, ਵਾਕਫੀਤ ਰਹੀ ਆ, ਉਹਨਾਂ ਨੂੰ ਸੁਣਦੇ ਰਹੇ ਆ। ਉਸ ਤੋਂ ਬਾਅਦ ਕਾਸ਼ੀ ਜੋ ਗੁਰੂ ਦਾ ਸਥਾਨ ਹੈ ਉਸ ਨੂੰ ਸ਼ੁਰੂ ਹੋਣਾ, ਉਸ ਦਾ ਚਲਾਉਣਾ, ਉਸ ਦਾ ਇਸ ਹਾਲਾਤ ਤੱਕ, ਇਸ ਵੈਭਵਸ਼ਾਲੀ ਮੰਦਿਰ ਤੱਕ ਪਹੁੰਚਣਾ, ਔਰ ਜਿੰਨੇ ਸੰਤਾਂ ਨੇ ਉਹਦੇ ਵਿੱਚ ਯੋਗਦਾਨ ਪਾਇਆ, ਜਿਹਦੇ ਵਿੱਚ ਸਪੈਸ਼ਲੀ ਡੇਰਾ ਸੱਚਖੰਡ ਬੱਲਾ ਦੇ ਸੰਤਾਂ ਨੇ ਪਾਇਆ, ਆਪ ਸਾਧ ਸੰਗਤ ਨੇ ਪਾਇਆ, ਦੇਸ਼ਾਂ ਵਿਦੇਸ਼ਾਂ ਤੋਂ ਪਾਇਆ, ਹੋਰ ਸੰਤਾਂ ਨੇ ਵੀ ਉਹਦੇ ਵਿੱਚ ਸ਼ੇਅਰ ਪਾਇਆ, ਆ ਉਹਨਾਂ ਦੀ ਸਾਧ ਸੰਗਤ ਨੇ ਵੀ ਸ਼ੇਅਰ ਪਾਇਆ। ਉਹਦੇ ਲਿਹਾਜ਼ ਦੇ ਨਾਲ ਇਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ ਦੈਟਸ ਵੈਰੀ ਵੈਲਿਊਏਬਲ। ਤੋ ਮੈਂ ਸਭ ਤੋਂ ਪਹਿਲਾਂ ਇਹਨਾਂ ਦੇ ਕੋਲੋਂ ਬਹੁਤ ਛੋਟਾ ਜਿਹਾ ਇੱਕ ਸਵਾਲ ਪੁੱਛਾਂਗਾ। ਵਿਰਦੀ ਸਾਹਿਬ, ਆਪ ਡਾਕਟਰ ਅੰਬੇਡਕਰ ਸਾਹਿਬ ਬਾਰੇ ਜਾਣਦੇ ਹੋ। ਉਹ ਫਿਰਦੇ ਫਿਰਾਉਂਦੇ, ਜਦੋਂ ਹਾਲੇ ਉਹ ਬੁੱਧਿਸਟ ਧਰਮ ਉਹਨਾਂ ਨੇ ਅਡਾਪਟ ਨਹੀਂ ਕੀਤਾ ਸੀ, ਉਹਨਾਂ ਨੇ ਸੋਚਿਆ ਕਿ ਸ਼ਾਇਦ ਮੇਰੇ ਲੋਕਾਂ ਦਾ ਸਮਾਧਾਨ, ਮੇਰੇ ਲੋਕਾਂ ਦਾ ਜੋ ਭਲਾਈ ਹੈ, ਜੋ ਸਲਵੇਸ਼ਨ ਹੈ, ਉਹ ਸ਼ਾਇਦ ਸਿੱਖ ਧਰਮ ਵਿੱਚ ਜਾ ਕੇ ਹੋ ਸਕਦੀ ਹੈ। ਤੇ ਉਹ ਹਰਿਮੰਦਰ ਸਾਹਿਬ ਅੰਮ੍ਰਿਤਸਰ ਗਏ ਸਨ, ਲੇਕਿਨ ਉਹਨਾਂ ਨੇ ਸਿੱਖ ਧਰਮ ਅਡਾਪਟ ਨਹੀਂ ਸੀ ਕੀਤਾ। ਇਹ ਦੋ ਤਿੰਨ ਲਾਈਨਾਂ ਵਿੱਚ ਇਹ ਸਿੱਖ ਧਰਮ ਦੇ ਖਿਲਾਫ ਨਹੀਂ ਅਸੀਂ ਬੋਲ ਰਹੇ, ਮਾਈਂਡ ਨਾ ਕਰਨਾ। ਉਹ ਅਸੀਂ ਇੱਕ ਸਿਚੁਏਸ਼ਨ ਦੱਸ ਰਹੇ ਹਾਂ ਕਿ ਸਾਡਾ ਰਾਈਬਰ, ਪੋਲੀਟੀਕਲ ਰਾਈਬਰ, ਉਸ ਨੇ ਜੇਕਰ ਸਿੱਖ ਧਰਮ ਨਹੀਂ ਸੀ ਅਪਣਾਇਆ ਤੇ ਕਿਉਂ ਨਹੀਂ ਸੀ ਅਪਣਾਇਆ, ਇਹ ਤੁਸੀਂ ਦੋ ਲਾਈਨਾਂ 'ਚ ਇੰਨਾ ਕੀ ਦੱਸਣਾ ਹੈ ਜੀ। ਫਿਰ ਬਾਕੀ ਸਵਾਲ ਮੈਂ ਫਿਰ ਪੁੱਛਦਾ। ਜੈ ਗੁਰਦੇਵ, ਧੰਨ ਗੁਰਦੇਵ। ਜੈ ਗੁਰਦੇਵ ਜੀ। ਡਾਕਟਰ ਸਾਹਿਬ ਨੂੰ ਮਿਲਣ ਦੀ ਸਾਡੀ ਬੜੀ ਅਪਰਚੁਨਿਟੀ ਹੁੰਦੀ ਸੀ ਮੇਰੇ ਸਰਵਿਸ ਟਾਈਮ ਦੇ ਵਿੱਚ, 40 ਦੇ ਐਂਡ ਔਰ 50 ਦੇ ਸ਼ੁਰੂ ਦੇ ਵਿੱਚ। ਔਰ ਉਹਨਾਂ ਦੀ ਗੁਰਬਾਣੀ ਦੇ ਨਾਲ ਉਹਨਾਂ ਦਾ ਕਾਫੀ ਪ੍ਰਭਾਵ ਸੀ, ਕਿਉਂਕਿ ਵੀ ਗੁਰਬਾਣੀ ਜਿਹੜੀ ਹੈ ਇਹ ਬੜੀ ਅੱਛੀ ਚੀਜ਼ ਹੈ, ਸਾਰੇ ਮਜ਼ਹਬਾਂ ਦੀ ਸਾਂਝੀ ਚੀਜ਼ ਹੈਗੀ ਆ, ਔਰ ਇਸ ਨੂੰ ਬਹੁਤ ਸਤਿਕਾਰ ਕਰਦੇ ਸੀ ਉਹ। ਲੇਕਿਨ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਸੀ ਬਲਬਲਾ ਸੀ, ਉਹ ਕਹਿੰਦੇ ਸੀ ਕਿ ਮੈਂ ਪੈਦਾ ਜ਼ਰੂਰ ਹਿੰਦੂ ਹੋਇਆ, ਲੇਕਿਨ ਮਰਨਾ ਹਿੰਦੂ ਨਹੀਂ ਚਾਹੁੰਦਾ। ਵੈਰੀ ਗੁੱਡ। ਲੇਕਿਨ ਉਹ ਕਿਸੇ ਮਜ਼ਹਬ ਨੂੰ, ਮਤਲਬ ਕਿਸੇ ਧਰਮ ਨੂੰ ਅਪਣਾਉਣਾ ਚਾਹੁੰਦੇ ਸੀਗੇ। ਸਾਡੇ ਨਾਲ ਕਾਫੀ ਗੱਲਬਾਤ ਉਹਨਾਂ ਦੀ ਹੁੰਦੀ ਰਹਿੰਦੀ ਸੀ, ਕਿਉਂਕਿ ਸਾਨੂੰ ਬੜੀ ਅਪਰਚੁਨਿਟੀ ਸੀ ਕਿ ਅਸੀਂ ਕਦੀ ਮਹੀਨੇ ਬਾਅਦ ਜਾਂ 10 ਦਿਨ ਬਾਅਦ ਉਹਨਾਂ ਨੂੰ ਮਿਲਦੇ ਰਹਿੰਦੇ ਸੀ। ਉਹਨਾਂ ਨੇ ਸੋਚਿਆ ਕਿ ਵੀ ਇੱਕ ਸਿੱਖ ਧਰਮ ਜਿਹੜਾ ਹੈ, ਜਿਹੜੀ ਗੁਰਬਾਣੀ ਦੇ ਮੁਤਾਬਕ ਇੱਕ ਬਹੁਤ ਅੱਛੀ ਚੀਜ਼ ਹੈ ਕਿ ਮੈਂ ਇਸ ਨੂੰ ਅਪਣਾ ਲਵਾਂ। ਉਹਨਾਂ ਨੇ ਕੋਸ਼ਿਸ਼ ਕੀਤੀ, ਅੰਮ੍ਰਿਤਸਰ ਗਏ ਅਤੇ ਅੰਮ੍ਰਿਤਸਰ ਜਾ ਕੇ ਗੱਲਬਾਤ ਕੀਤੀ ਕਿ ਵੀ ਮੈਂ ਬਹੁਤ, ਮੈਨੂੰ ਇਹਦੀ ਪ੍ਰੇਰਨਾ ਹੈ, ਮੈਂ ਸਿੱਖ ਮਤ ਜਿਹੜਾ ਹੈ ਉਹਨੂੰ ਅਪਣਾਉਣਾ ਚਾਹੁੰਦਾ।
ਲੇਕਿਨ ਅਗਰ ਮੈਂ ਸਿੱਖ ਮੈਂ ਅੰਮ੍ਰਿਤ ਛਕ ਲੈਣਾ ਜਾਂ ਮੈਂ ਇਹਨੂੰ ਅਪਣਾ ਲੈਣਾ ਤੇ ਆਇਆ ਮੇਰੀ ਜਿਹੜੀ ਸਾਂਝ ਹੈਗੀ ਕਮਿਊਨਿਟੀ ਦੇ ਵਿੱਚ ਉਹ ਕੀ ਹੋਏਗੀ ਜਾਂ ਮੇਰਾ ਸਾਡੇ ਨਾਲ ਤੁਸੀਂ ਇੰਟੀਗ੍ਰੇਸ਼ਨ ਹੋਏਗੀ ਸਾਰੀ ਲੜਕੀਆਂ ਲੜਕੇ ਪਰਿਵਾਰ ਬਹਿਣਾ ਉੱਠਣਾ ਤੇ ਹੋਏਗਾ ਲੇਕਿਨ ਉਹਦੇ ਵਿੱਚ ਉਹਨਾਂ ਦੀ ਫਿਰ ਜਿਹੜੀ ਸੀ ਸੈਟੀਸਫੈਕਸ਼ਨ ਨਹੀਂ ਹੋਈ ਇਸ ਕਰਕੇ ਉਹਨਾਂ ਨੇ ਇਸ ਮਤ ਨੂੰ ਅਖਤਿਆਰ ਨਹੀਂ ਕੀਤਾ। ਇਹ ਬਿਰਦੀ ਸਾਹਿਬ ਮੈਂ ਇੱਕ ਬੁੱਕ ਪੜ੍ਹੀ ਸੀ ਸਾਰੇ ਜਾਣਦੇ ਹਨ ਉਹ ਇੱਕ ਸਿੱਖ ਸਾਹਿਬਾਨ ਕਪੂਰ ਸਿੰਘ ਜੀ ਉਹਨਾਂ ਦੇ ਨਾਲ ਸਿਵਲ ਸਰਵੈਂਟ ਸੀਗੇ ਬੜੇ ਵੱਡੇ ਅਹੁਦੇ ਤੇ ਉਹਨਾਂ ਨੇ ਇੱਕ ਬੁੱਕ ਲਿਖੀ ਛੋਟੀ ਜੀ ਉਹਦਾ ਨਾਮ ਹੈ ਸਾਚੀ ਸਾਖੀ। ਮੈਂ ਵੀ ਆਈ ਆਲਸੋ ਕਮ ਅਕ੍ਰੋਸ ਵਿਦ ਦਿਸ ਚੈਪਟਰ ਇਨ ਦੈਟ ਬੁੱਕ ਜਿਹਦੇ ਵਿੱਚ ਉਹ ਹਾਇਰਾਰਕੀ ਜਿਹੜੀ ਸੀ ਉਸ ਵੇਲੇ ਹਰਮੰਦਰ ਸਾਹਿਬ ਉਹਨਾਂ ਨੇ ਆਪੋ ਵਿੱਚ ਇਹ ਲਿਖਿਆ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਿਹਾ ਉਹਨੇ ਕਿਹਾ ਇੱਕ ਦੂਜੇ ਨੂੰ ਗੱਲ ਕੀਤੀ ਕਿ ਜੇ ਇਹਨੂੰ ਅਸੀਂ ਇੰਨਾ ਉੱਚਾ ਚੱਕ ਦਈਏ ਜਾਂ ਮਲਾ ਲਈਏ ਜਾਂ ਜੋ ਇਹ ਗੱਲਾਂ ਕਹਿੰਦਾ ਮੰਨ ਜਾਈਏ ਮਨਾ ਲਈਏ ਸਭ ਕੁਝ ਠੀਕ ਹੈ ਤੇ ਕਹਿੰਦਾ ਇਹਦਾ ਤਾਂ ਮਤਲਬ ਇਹ ਆ ਕਿ ਫਿਰ ਅਸੀਂ ਹਰਮੰਦਰ ਸਾਹਿਬ ਚੂੜੇ ਚਮਾਰਾਂ ਦੇ ਹੱਥ ਦੇ ਦਈਏ। ਦਿਸ ਇਜ਼ ਵਾਟ ਹੀ ਰਿਟਨ ਮੈਂ ਨਹੀਂ ਕਹਿ ਰਿਹਾ ਇਹੋ ਇਸ ਕਰਕੇ ਮੇਰੇ ਤੇ ਇਤਰਾਜ਼ ਨਾ ਕੋਈ ਕਰੇ ਮੈਂ ਤਾਂ ਇੱਕ ਰੈਫਰ ਕੀਤੀ ਆ ਗੱਲ ਕਿ ਐਦਾਂ ਹੋਈ ਸੀ ਜਿਹੜੀ ਕਿ ਤੁਸੀਂ ਵੀ ਕਹੀ ਆ। ਸੋ ਇਹਦਾ ਮਤਲਬ ਇਹ ਆ ਕਿ ਸਮਾਜ ਦੇ ਵਿੱਚ ਇਕਨੋਮੀ ਦੇ ਵਿੱਚ ਪੋਲਿਟਿਕਸ ਦੇ ਵਿੱਚ ਕੋਈ ਯੂਨੀਫਾਰਮਿਟੀ ਆਉਣ ਦਾ ਉਹਨਾਂ ਨੂੰ ਨਹੀਂ ਲੱਗਿਆ ਤੇ ਉਹਨਾਂ ਨੇ ਫਿਰ ਬੁੱਧਿਜ਼ਮ ਜੋ ਹੈ ਅਖਤਿਆਰ ਕੀਤਾ। ਲੇਕਿਨ ਇਸ ਤੋਂ ਪਹਿਲਾਂ ਮੈਂ ਇਹ ਵੀ ਇੱਕ ਥੋੜ੍ਹਾ ਜਿਹਾ ਤੁਹਾਨੂੰ ਟੱਚ ਕਰਾਂਗਾ ਪੁੱਛਾਂਗਾ ਤੁਹਾਡੇ ਕੋਲੋਂ ਕਿ ਆਥਰ ਮੰਡਲ ਵੀ ਸੀ ਉਹਨਾਂ ਨੇ ਵੀ ਉਹਨਾਂ ਦਿਨਾਂ 'ਚ ਆਰਗੇਨਾਈਜ਼ ਕੀਤਾ ਡਾਕਟਰ ਅੰਬੇਡਕਰ ਹੀ ਉਹਨਾਂ ਦੀ ਅਗਵਾਈ ਕਰਦੇ ਸੀ ਐਜ਼ ਏ ਸੋਲਿਸਟਰ ਤੋਂ ਉਹ ਪੋਲੀਟੀਕਲ ਅਚੀਵਮੈਂਟਸ ਕੁਛ ਰਿਜ਼ਰਵੇਸ਼ਨ ਕੁਛ ਹੱਕ ਆਪਣੇ ਲੈਣ ਵਾਸਤੇ ਉਹ ਇੱਕ ਲਹਿਰ ਸੀਗੀ ਜਿਨ੍ਹਾਂ ਨੇ ਕੁਛ ਨਾ ਕੁਛ ਅਚੀਵ ਜ਼ਰੂਰ ਕੀਤਾ ਸੀ। ਇੱਕ ਕੋਈ ਗ੍ਰੰਥ ਉਹਨਾਂ ਵੇਲਿਆਂ ਵਿੱਚ ਉਹਨਾਂ ਨੇ ਵੀ ਕੋਈ ਪੇਸ਼ ਕੀਤਾ ਸੀ ਕੋਰਟ ਦੇ ਵਿੱਚ ਆਧਰ ਮੰਡਲ ਵਾਲਿਆਂ ਨੇ ਸ਼ਾਇਦ ਆਦਿ ਗ੍ਰੰਥ ਸੀ ਜਾਂ ਰਵਿਦਾਸ ਦੀ ਜੀ ਮੈਨੂੰ ਇਸ ਬਾਰੇ ਨਹੀਂ ਪਤਾ ਲੇਕਿਨ ਕਿਉਂਕਿ ਉਹ ਉਹਨਾਂ ਨੇ ਆਮ ਪ੍ਰਕਾਸ਼ ਨਹੀਂ ਕੀਤਾ ਉਹਨੂੰ ਚਲਾਇਆ ਨਹੀਂ ਜਿਸ ਕਰਕੇ ਮੈਨੂੰ ਲੱਗਦਾ ਕਿ ਡਾਕਟਰ ਸਾਹਿਬ ਨੂੰ ਇਹ ਵੀ ਲੱਗਿਆ ਕਿ ਇਹ ਆਧਰ ਮੰਡਲ ਠੀਕ ਹੈ ਆਰਗੇਨਾਈਜੇਸ਼ਨ ਹੈ ਪੋਲੀਟੀਕਲ ਮੰਗਾਂ ਵਾਸਤੇ ਕੁਛ ਇਹਨਾਂ ਨੇ ਕੀਤਾ ਲੇਕਿਨ ਉਹਨਾਂ ਨੇ ਦੇਖਿਆ ਕਿ ਐਜ਼ ਏ ਰਿਲੀਜਨ ਆਰਗੇਨਾਈਜ਼ਡ ਰਿਲੀਜਨ ਦੀ ਤਰ੍ਹਾਂ ਇਹਨਾਂ ਨੇ ਉਸ ਬੁੱਕ ਨੂੰ ਪ੍ਰਚਾਰਿਤ ਨਹੀਂ ਕੀਤਾ ਪ੍ਰਚਲਿਤ ਨਹੀਂ ਕੀਤਾ ਸ਼ਾਇਦ ਉਹ ਫਿਰ ਹੁੰਦੇ ਉਹਨਾਂ ਨੇ ਫਿਰ ਉਹ ਬੁੱਧਿਜ਼ਮ ਨੂੰ ਚਲੇ ਗਏ। ਕੀ ਮੈਂ ਠੀਕ ਕਹਿੰਦਾ ਹਾਂ ਕਿ ਆਧਰ ਮੰਡਲ ਵਾਲਿਆਂ ਨੇ ਵੀ ਇਹ ਕਾਮਯਾਬੀ ਪ੍ਰਾਪਤ ਨਹੀਂ ਕੀਤੀ ਸੀਗੀ ਬਾਣੀ ਦੀ? ਵੈਸੇ ਆਧਰ ਮੰਡਲ ਦੀ ਇੱਕ ਸਾਡੇ ਖਾਸ ਕਰਕੇ ਪੰਜਾਬ ਨੂੰ ਬੜੀ ਵੱਡੀ ਦੇਣ ਹੈ ਜੀ ਉਹਨਾਂ ਨੇ ਕਮਿਊਨਿਟੀ ਨੂੰ ਕਾਫੀ ਜਾਗਰਤੀ 'ਚ ਲਿਆਂਦਾ ਔਰ ਉਹਨਾਂ ਨੇ ਬਹੁਤ ਅੱਛਾ ਪ੍ਰਚਾਰ ਲੇਕਿਨ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਕੋਈ ਚੀਜ਼ ਇਹ ਕਾਮਯਾਬ ਨਹੀਂ ਹੋ ਸਕੀ। ਗ੍ਰੰਥ ਵੀ ਬਣੇ ਆ ਲੇਕਿਨ ਕਾਮਯਾਬੀ ਨਹੀਂ ਹੋਈ ਤਾਂ ਕਿ ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਫਿਰ ਇਹ ਸਾਰੀਆਂ ਚੀਜ਼ਾਂ ਦੇਖਦਿਆਂ ਹੋਇਆਂ ਫਿਰ ਉਹਨਾਂ ਨੇ ਕੋਸ਼ਿਸ਼ ਇਹ ਕੀਤੀ ਕਿ ਵੀ ਬਿਹਤਰ ਹੈ ਕਿ ਮੈਂ ਬੁੱਧ ਦਾ ਜਿਹੜਾ ਹੈ ਧਰਮ ਹੈ ਉਹਨੂੰ ਅਖਤਿਆਰ ਕਰ ਲਵਾਂ। ਚਲੋ ਬਹੁਤ ਅੱਛਾ ਕਮ ਸੇ ਕਮ ਜੇ ਅਸੀਂ ਡਾਕਟਰ ਸਾਹਿਬ ਦੇ ਪਿੱਛੇ ਚੱਲਦਿਆਂ ਹੋਇਆਂ ਉਹਨਾਂ ਦੀ ਪੋਲੀਟੀਕਲ ਥਿਊਰੀ ਪੋਲੀਟੀਕਲ ਫਿਲਾਸਫੀ ਪੋਲੀਟੀਕਲ ਸਟਰਗਲ ਜਿਹੜੀ ਆ ਉਹਨੇ ਸਾਨੂੰ ਕਾਫੀ ਦੇਣ ਦਿੱਤੀ ਆ ਰਿਜ਼ਰਵੇਸ਼ਨ ਵੀ ਉਹਨਾਂ ਨੇ ਦਵਾਈ ਸਾਨੂੰ ਹੋਰ ਵੀ ਕਈ ਹੱਕ ਦਵਾਏ ਉਹਨਾਂ ਦਾ ਬੜਾ ਧੰਨਵਾਦ ਹੈ ਅਸੀਂ ਉਹਨਾਂ ਨੂੰ ਆਪਣਾ ਇਸ ਪੱਖੋਂ ਲੀਡਰ ਵੀ ਮੰਨਦੇ ਹਾਂ ਲੇਕਿਨ ਅਸੀਂ ਕਮ ਸੇ ਕਮ ਇੰਨਾ ਆ ਉਹਨਾਂ ਦੇ ਵਾਂਗੂ ਅਸੀਂ ਜੇ ਬੁੱਧ ਧਰਮ ਨਹੀਂ ਵੀ ਅਪਣਾਇਆ ਕੋਈ ਗੱਲ ਨਹੀਂ ਕਮ ਸੇ ਕਮ ਆਪਣਾ ਧਰਮ ਤੇ ਹੁਣ ਅਪਣਾ ਲਿਆ ਨਾ ਰਵਿਦਾਸੀਆ ਧਰਮ ਤੇ ਅਪਣਾਇਆ ਨਾ ਅੰਮ੍ਰਿਤ ਬਾਣੀ ਵੀ ਹੈ ਇਹਦੇ ਤੇ ਤੁਸੀਂ ਥੋੜਾ ਜਿਹਾ ਚਾਨਣਾ ਪਾਓ ਜਿੱਦਾਂ ਯੰਗ ਲੇਡੀ ਨੇ ਪਾਇਆ ਕਿ ਤੁਸੀਂ ਹੁਣ ਦੇ ਸਮੇਂ ਦੇ ਵਿੱਚ ਗੁਰੂ ਰਵਿਦਾਸ ਜੀ ਐਜ਼ ਏ ਗੁਰੂ ਅੰਮ੍ਰਿਤ ਬਾਣੀ ਐਜ਼ ਹੋਲੀ ਬੁੱਕ ਐਂਡ ਰਵਿਦਾਸੀਆ ਧਰਮ ਐਜ਼ ਆਵਰ ਰਿਲੀਜਨ ਇਹਦੀ ਜ਼ਰੂਰਤ ਇਹਦੀ ਇੰਪੋਰਟੈਂਸ ਔਰ ਇਹਦੀ ਸਾਡੇ ਵਾਸਤੇ ਮਹੱਤਤਾ ਬਹੁਤ ਅੱਛੀ ਗੱਲ ਹੈ ਕਿਉਂਕਿ ਇਹ ਵੀ ਇੱਕ ਡੇਰਾ ਹੈ ਸੱਚਖੰਡ ਬੱਲਾ ਜਿਨ੍ਹਾਂ ਨੇ ਇੱਕ ਕੌਮ ਨੂੰ ਬੜੀ ਦੇਣ ਹੈ ਉਹਨਾਂ ਨੇ ਇਸ ਨੂੰ ਪ੍ਰਿੰਟ ਕੀਤਾ ਬਣਾਇਆ ਸਭ ਕੁਛ ਕੀਤਾ ਤੇ ਉਸ ਨੂੰ ਜਿਸ ਤੱਕ ਇਹਦੀ ਪ੍ਰਚਲਿਤ ਦੀ ਗੱਲ ਹੈ ਮੇਰੇ ਖਿਆਲ ਹਿੰਦੁਸਤਾਨ 'ਚ ਤਕਰੀਬਨ 90% ਉਸ ਤੋਂ ਜ਼ਿਆਦਾ ਪ੍ਰਚਲਿਤ ਹੋ ਗਈ ਹੈ। ਸਿਰਫ ਇੱਕ ਸਾਡੇ ਦੋ ਤਿੰਨ ਗੁਰਦੁਆਰੇ ਹੈ ਇੱਕ ਸਾਡਾ ਗੁਰਦੁਆਰਾ ਹੈ ਆਪਣਾ ਸਾਊਥ ਹਾਲ ਹੈ ਇੱਕ ਬਰਮਿੰਘਮ ਬੁਲਹੈਂਪਟਨ ਹੈ ਇੱਥੇ ਥੋੜ੍ਹੀ ਜਦੋਜਹਿਦ ਹੈ ਲੇਕਿਨ ਇਹ ਵੀ ਠੀਕ ਹੋ ਜਾਏਗੀ ਤੇ ਬਾਕੀ ਇਹੋ ਐਜ਼ ਏ ਕਮਿਊਨਿਟੀ ਜਿਹੜਾ ਕਿ ਅਸੀਂ ਮਤਲਬ 38 ਜਾਂ 40% ਸਾਡੀ ਪਾਪੂਲੇਸ਼ਨ ਹੈ ਹਿੰਦੁਸਤਾਨ ਦੇ ਵਿੱਚ ਔਰ ਸਾਨੂੰ ਆਪਣੀ ਆਇਡੈਂਟੀਟੀ ਕਾਇਮ ਕਰਨੀ ਚਾਹੀਦੀ ਹੈ। ਬਹੁਤ ਅੱਛਾ ਜੀ। ਨੰਬਰ 1 ਸਾਡਾ ਰਿਲੀਜਨ ਜਿਹੜਾ ਹੈ ਉਹ ਹੈ ਆਧਰਮ ਰਵਿਦਾਸੀਆ ਔਰ ਸਾਡੀ ਰਿਲੀਜੀਅਸ ਬੁੱਕ ਤਿਆਰ ਹੋ ਗਈ ਹੈ ਇਸ ਨੂੰ ਅਪਣਾਉਣਾ ਚਾਹੀਦਾ ਹੈ
ਤੇ ਬਾਕੀ ਸਾਡਾ ਨਾਰਾ ਜੋ ਹੈ ਉਹ ਤਾਂ ਸਾਰੇ ਜਾਣਦੇ ਹੀ ਹੈ ਕੀ ਕੁਛ ਹੈਗਾ। ਜੈ ਗੁਰਦੇਵ ਤੇ ਬੋਲੇ ਜੈ ਸੋ ਗੁਰਦੇਵ, ਨਿਰਭੈ ਸ਼੍ਰੀ ਧੰਨ ਗੁਰੂ ਰਵਿਦਾਸ ਗੁਰਦੇਵ। ਕੀ ਜੈ। ਇਹ ਜਿਹੜੀਆਂ ਚੀਜ਼ਾਂ ਹੈ ਬਹੁਤ ਅੱਛੇ ਆ ਹੁਣ, ਕਿਉਂਕਿ ਜਿਹੜੀ ਜਨਤਾ ਹੈ ਬੜੀ ਐਜੂਕੇਸ਼ਨ ਆ ਰਹੀ ਉਹਨਾਂ ਦੇ ਵਿੱਚ ਔਰ ਬੜੀ ਜਾਗਰਤੀ ਹੋ ਰਹੀ ਹੈ ਔਰ ਇਸ ਚੀਜ਼ ਨੂੰ ਲੋਕ ਬਹੁਤ ਅਪਣਾ ਰਹੇ ਆ ਔਰ ਸਾਨੂੰ ਵੀ ਅਪਣਾਉਣਾ ਚਾਹੀਦਾ। ਬਹੁਤ ਅੱਛਾ ਬਿਰਦੀ ਸਾਹਿਬ, ਆਪ ਦੀ ਗੱਲ ਨੂੰ ਮੈਂ ਇੱਕ ਸੈਂਟੈਂਸ ਸਮ ਅਪ ਕਰਦਾ ਕਿ ਲੈਟ ਆਲ ਦਾ ਰਿਲੀਜਨਸ ਸ਼ੁੱਡ ਗਿਵ ਫਰੀडम ਟੂ ਮੈਨ ਟੂ ਫਾइंड अ रिलीजन अकॉर्डिंग टू हिज ओन ਬਿਲਕੁਲ, कन्विक्शन। ਹਾਂ, ਬਿਲਕੁਲ ਸਹੀ। तो कुछ ਸਮਾਂ ਬਾਕੀ ਹੈ, ਉਹਦੇ ਵਿੱਚ ਪਿਛਲੇ ਪ੍ਰੋਗਰਾਮ ਵਿੱਚ ਜਾਂ ਪਿਛਲੇ ਸੈਗਮੈਂਟ 'ਚ ਮੈਂ ਗੱਲ ਨਹੀਂ ਕਰ ਸਕਿਆ। ਰਮੇਸ਼ ਕਲੇਰ ਜੀ ਨੇ ਮੇਰੇ ਕੋਲ ਪੁੱਛਿਆ ਸੀ ਕਿ ਕੁਝ ਇਤਰਾਜ਼ ਆ ਰਹੇ ਨੇ ਰਵਿਦਾਸੀਆਂ ਕੋਲੋਂ ਹੀ ਕਿ ਜਨਮ ਸਥਾਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਬਨਾਰਸ ਵਿੱਚ ਉਹਨਾਂ ਦੀ ਮੂਰਤੀ ਸਥਾਪਿਤ ਕੀਤੀ ਹੋਈ ਹੈ, ਹੋਰ ਵੀ ਥਾਵਾਂ ਤੇ ਹੈ, ਤੇ ਉਹ ਕਹਿੰਦੇ ਜੀ ਵੀ ਕੀ ਇਹ ਮੂਰਤੀ ਪੂਜਾ ਹੈ। ਦੇਖੋ ਭਾਈ, ਰਵਿਦਾਸੀਆਂ ਲਈ ਨਹੀਂ ਇਕੱਲੀ ਗੱਲ, ਮੈਂ ਸਾਰੇ ਧਰਮਾਂ ਦੀ ਇਹ ਗੱਲ ਕਰ ਰਿਹਾ ਕਿ ਕੋਈ ਨਾ ਕੋਈ ਧਰਮ ਜੋ ਹੈ ਉਹ ਆਪਣੇ ਸਥਾਨ ਤੇ ਆਪਣੇ ਰਹਿਬਰ, ਆਪਣੇ ਪ੍ਰੋਫਿਟ, ਆਪਣੇ ਗੁਰੂ ਪੀਰ ਦੀ ਪੂਜਾ ਇੱਕ ਐਸੇ ਤਰੀਕੇ ਨਾਲ ਕਰਦਾ ਜਿਹਦੇ ਤੋਂ ਰਿਫਲੈਕਸ਼ਨ ਮਿਲਦੀ ਹੈ ਕਿ ਇਹ ਮੂਰਤੀ ਪੂਜਾ ਹੀ ਹੈ। ਮੈਂ ਮੁਸਲਮਾਨ ਭਰਾਵਾਂ ਨੂੰ ਇਹ ਵਿਦ ਰਿਸਪੈਕਟ ਕਹਿ ਰਿਹਾ ਕਿ ਮੱਕੇ ਮਦੀਨੇ ਵਿੱਚ ਮੂਰਤੀ ਨਹੀਂ ਹੈ, ਆਈ ਐਗਰੀ, ਲੇਕਿਨ ਉਹਨਾਂ ਦੇ ਪੀਰ ਫਕੀਰ ਪ੍ਰੋਫਿਟ ਜੋ ਦੂਸਰੇ ਹੋਏ ਹਨ ਉਹਨਾਂ ਦੀ ਦਰਗਾਹਾਂ ਦੇ ਉੱਤੇ ਉਹਨਾਂ ਦੀ ਕਬਰ ਹੈ, ਔਰ ਕਬਰ ਵੀ ਤਾਂ ਪੱਥਰ ਦੀ ਬਣੀ ਹੋਈ ਆ ਜਾਂ ਮਿੱਟੀ ਦੀ। ਉੱਥੇ ਉਹ ਜਾਂਦੇ ਨੇ, ਸਾਡੇ ਹਿੰਦੂ ਸਿੱਖ ਮੁਸਲਮਾਨ ਈਸਾਈ ਜਾਂਦੇ ਨੇ ਕਿੱਥੇ, ख्वाजा मोइनुद्दीन चिश्ती ਦੀ ਦਰਗਾਹ ਦੇ ਉੱਤੇ ਅਜਮੇਰ ਸ਼ਰੀਫ। ਹੁਣੇ ਜੇ ਅਮਿਤਾਭ ਬੱਚਨ ਜੀ ਜਾ ਕੇ ਆਏ ਆ ਔਰ ਉੱਥੇ ਨਵਾਜ਼ ਆਪਣੇ ਮੁਸ਼ਰਫ ਸਾਹਿਬ ਗਏ ਸੀ, ਤਾਂ ਉਹ ਵੀ ਉੱਥੇ ਜਾ ਕੇ ਚਾਦਰਾਂ ਚੜਾਉਂਦੇ ਆ, ਉਹ ਪੂਜਾ ਹੀ ਹੈ। ਇਸੇ ਤਰ੍ਹਾਂ ਮਾਤਾ ਦੇ ਜੋ ਭਗਤ ਹਨ ਉਹ ਮਾਤਾ ਜੀ ਨੂੰ ਸਭ ਕੁਛ ਭੋਗ ਲਵਾਉਂਦੇ ਨੇ, ਆਫਰਿੰਗ ਦਿੰਦੇ ਨੇ ਔਰ ਚੁੰਨੀ ਚੜਾਉਂਦੇ ਨੇ। ਇਸੇ ਤਰ੍ਹਾਂ ਸਾਡੇ ਸਿੱਖ ਭਾਈ ਜੋ ਹਨ ਰਿਸਪੈਕਟ ਦੇ ਨਾਲ, ਵਿਦ ਡਿਊ ਰਿਸਪੈਕਟ, ਉਹ ਗੁਰੂ ਮਹਾਰਾਜ ਨੂੰ ਆਪਣੇ ਰੁਮਾਲ ਸਾਹਿਬ ਚੜਾਉਂਦੇ ਨੇ। ਉਹ ਨਾਲ ਇਹ ਵੀ ਕਿਹਾ ਜਾਂਦਾ ਗੁਰੂ ਕੀ ਮੂਰਤ ਮਨ ਮੇ ਧਿਆਨ। ਹੁਣ ਗੁਰੂ ਕੀ ਮੂਰਤ ਮਨ ਮੇ ਧਿਆਨ ਕਿੱਦਾਂ ਹੋਊਗੀ? ਜੇ ਕੋਈ ਮੂਰਤ ਮੋਹਰੇ ਹੋਊਗੀ ਤੇ ਤਾਂ ਹੀ ਮਨ ਮੇ ਧਿਆਨ ਹੋਊਗੀ। ਮੇਰੀ ਮੂਰਤ ਤਾਂ ਨਹੀਂ ਨਾ ਕੋਈ ਧਿਆਨ ਕਰ ਸਕਦਾ ਕਿ ਮੈਂ ਗੁਰੂ ਰਵਿਦਾਸ ਤੇ ਨਹੀਂ ਨਾ। ਸੋ ਇਸ ਕਰਕੇ ਮਾਈਂਡ ਨੂੰ ਕੰਸਨਟਰੇਟ ਕਰਨ ਵਾਸਤੇ ਮੂਰਤੀ ਦਾ ਸਥਾਪਿਤ ਹੋਣਾ ਬਹੁਤ ਜ਼ਰੂਰੀ ਆ, ਕਿਉਂਕਿ ਨਾਲ ਇਹ ਵੀ ਗੱਲ ਆ ਕਿ ਜਿਹੜੀ ਅੰਮ੍ਰਿਤ ਬਾਣੀ ਆ ਉਹ ਸਾਡੀ ਪ੍ਰਗਟ ਗੁਰਾਂ ਕੀ ਦੇਹ ਨਹੀਂ, ਉਹ ਸਾਡੇ ਗੁਰੂ ਮਹਾਰਾਜ ਦੀਆਂ ਗਾਈਡਲਾਈਨਸ ਆ ਸਪਿਰਿਚੁਅਲਿਟੀ ਦੇ ਖੇਤਰ ਵਿੱਚ ਔਰ ਸਮਾਜ ਨੂੰ ਅੱਛੇ ਕਰਨ ਦੇ ਖੇਤਰ ਵਿੱਚ ਔਰ ਬੰਦੇ ਦੇ ਸੁਧਾਰ ਲਈ। ਇਸ ਕਰਕੇ ਅਸੀਂ ਗੀਤਾ, ਕੁਰਾਨ ਔਰ ਬਾਕੀ ਜੋ ਧਾਰਮਿਕ ਕਿਤਾਬਾਂ ਹਨ ਉਹਨਾਂ ਨੂੰ ਅੰਮ੍ਰਿਤ ਬਾਣੀ ਨੂੰ ਰਿਸਪੈਕਟ ਦੇ ਨਾਲ ਇਹਨੂੰ ਅੱਛੀ ਤਰ੍ਹਾਂ ਰੱਖਦੇ ਹਾਂ, ਰਿਸਪੈਕਟ ਕਰਦੇ ਹਾਂ, ਲੇਕਿਨ ਪੂਜਾ ਜੋ ਹੈ ਉਹ ਅਸੀਂ ਗੁਰੂ ਮਹਾਰਾਜ ਦੀ, ਸਤਿਗੁਰੂ ਰਵਿਦਾਸ ਮਹਾਰਾਜ ਦੀ ਮੂਰਤੀ ਦੀ ਕਰਦੇ ਹਾਂ। ਬਾਕੀ ਵੀ ਜਿੰਨੇ ਧਰਮਾਂ ਵਾਲੇ ਲੋਕ ਹਨ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਗੁਰੂਆਂ ਦੀ, ਉਹਨਾਂ ਦੇ ਪ੍ਰੋਫਿਟ ਦੀਆਂ ਤਸਵੀਰਾਂ ਹਨ, ਉਹਨਾਂ ਨੂੰ ਧੂਫ ਬੱਤੀ ਦਿੱਤੀ ਜਾਂਦੀ, ਉਹਨਾਂ ਨੂੰ ਹਾਰ ਪਹਿਨਾਏ ਜਾਂਦੇ ਆ, ਤੇ ਕੀ ਉਹ ਮੂਰਤੀ ਪੂਜਾ ਨਹੀਂ? ਉਹ ਵੀ ਮੂਰਤੀ ਪੂਜਾ ਹੈ। ਸੋ ਇਸ ਕਰਕੇ ਅਸੀਂ ਆਪਣੇ ਸਥਾਨ ਦੇ ਉੱਤੇ ਆਪਣੇ ਗੁਰੂ ਦੀ ਮੂਰਤੀ ਇਸ ਲਈ ਲਾਈ ਆ ਕਿ ਅਸੀਂ ਉਹਨੂੰ ਮੱਥਾ ਟੇਕੀਏ, ਉਹਦੀ ਸ਼ਰਧਾ ਨਾਲ ਆਰਤੀ ਗਾਈਏ, ਉਹਨੂੰ ਆਫਰਿੰਗ ਕਰੀਏ ਔਰ ਉਹਦੀ ਸ਼ਰਧਾ ਦੇ ਵਿੱਚ ਆ ਕੇ ਅਸੀਂ ਜਿੱਦਾਂ ਜਾਗੋ ਆ ਪਹਿਲਾਂ ਸ਼ੁਰੂ 'ਚ ਪ੍ਰੋਗਰਾਮ ਦੱਸਿਆ ਸੀ, ਅਸੀਂ ਉਸ ਮੂਰਤੀ ਦਾ ਧਿਆਨ ਧਰ ਕੇ ਉਹ ਤੋਂ ਅੱਗੇ ਸਪਿਰਿਚੁਅਲਿਟੀ ਦੇ ਖੇਤਰ ਪਾਰ ਕਰਨੇ ਆ। ਉਹਦੀ ਮੂਰਤੀ ਨੂੰ ਮਨ ਦੇ ਵਿੱਚ ਲਿਆ ਕੇ ਹੀ ਪੂਜਾ ਹੋ ਸਕਦੀ ਹੈ। ਜੇਕਰ ਕੋਈ ਕਵੇ ਕਿ ਜੀ ਮੈਂ ਆਪਣੇ ਪਿਤਾ ਜੀ ਨੂੰ, ਆਪਣੇ ਪਿਤਾ ਜੀ ਦੀ ਮੂਰਤੀ ਨੂੰ ਫੁੱਲ ਚੜਾਉਣੇ ਆ ਤਾਂ ਫਿਰ ਮੂਰਤੀ ਰੱਖਣੀ ਪਏਗੀ। ਸੋ ਇਸ ਕਰਕੇ ਹੁਣ ਪ੍ਰੋਗਰਾਮ ਸਮਾਪਤ ਹੁੰਦਾ ਹੈ। ਬਾਕੀ ਪ੍ਰੋਗਰਾਮ ਜੋ ਹੈ ਅਸੀਂ ਅਗਲੇ ਹਫਤੇ ਇਸੇ ਤਰ੍ਹਾਂ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਵਾਂਗੇ। ਇਹਨਾਂ ਸ਼ਬਦਾਂ ਦੇ ਨਾਲ ਜੈ ਗੁਰਦੇਵ, ਧੰਨ ਗੁਰਦੇਵ, ਜੋ ਬੋਲੇ ਸੋ ਹੀ ਨਿਰਭੈ, ਸਤਿਗੁਰੂ ਰਵਿਦਾਸ ਮਹਾਰਾਜ।